ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਨਵਜੋਤ ਸਿੰਘ ਸਿੱਧੂ। ਪੰਜਾਬ ਵਿੱਚ ਚੱਲ ਰਹੇ ਮੁੱਦਿਆਂ ਤੇ ਤੁਰੰਤ ਕਾਰਵਾਈ ਦੀ ਕੀਤੀ ਮੰਗ। ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਹਾਈ ਕੋਰਟ ਦਾ ਇਨਕਮ ਟੈਕਸ ਵਿਭਾਗ ਨੂੰ ਨੋਟਿਸ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਸਾਹਮਣੇ ਅੰਗਹੀਨ ਯੂਨੀਅਨ ਦੇ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਧਰਨਾ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਹੋਈ ਬੈਠਕ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਹਿਲੀ ਮੁਲਾਕਾਤ ਹੋਈ। ਇਸ ਦੌਰਾਨ ਕਾਰਜਕਾਰੀ ਪ੍ਰਧਾਨ ਜੋ 4 ਨਿਯੁਕਤ ਕੀਤੇ ਗਏ ਨੇ ਉਹ ਵੀ ਉੱਥੇ ਮੌਜੂਦ ਰਹੇ। ਇਸ ਬੈਠਕ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਮੰਗ ਪੱਤਰ ਵੀ ਸੌਂਪਿਆ ਤੇ ਨਾਲੋਂ ਨਾਲ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਚੱਲ ਰਹੇ ਨੇ ਉਹਨਾਂ ਦਾ ਹੱਲ ਜਲਦ ਕੱਢਿਆ ਜਾਵੇ। ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ। ਅੱਜ ਨਵਜੋਤ ਸਿੰਘ ਸਿੱਧੂ ਨੇ ਮੁਲਾਕਾਤ ਕੀਤੀ ਕੈਪਟਨ ਅਮਰਿੰਦਰ ਸਿੰਘ ਨਾਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਪਹਿਲੀ ਵਾਰ ਕੈਪਟਨ ਦੇ ਨਾਲ ਮੀਟਿੰਗ ਕਰਨ ਪਹੁੰਚੇ ਪੰਜਾਬ ਸਿਵਲ ਸੈਕਟਰੀਏਟ। ਦੱਸਣਾ ਚਾਹਾਂਗੇ ਕਿ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਡੈਨੀ, ਕੁਲਜੀਤ ਨਾਗਰਾ ਇਹ ਸਭ ਸ਼ਾਮਿਲ ਰਹੇ। ਮੀਟਿੰਗ ਦੇ ਵਿੱਚ 5 ਮੁੱਦੇ ਅਹਿਮ ਰਹੇ। ਸਭ ਤੋਂ ਪਹਿਲਾ ਮੁੱਦਾ ਬੈਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਬੈਬਲ ਕਲਾਂ ਤੇ ਬੇਦਬੀ ਨੂੰ ਲੈ ਕੇ ਉਹਨਾਂ ਨੇ ਗੱਲ ਰੱਖੀ ਅਤੇ ਕਿਹਾ ਜਲਦ ਤੋਂ ਜਲਦ ਜਿਹੜਾ ਹੈ ਇਨਸਾਫ ਅਤੇ ਸੱਚਾਈ ਪੰਜਾਬ ਦੇ ਲੋਕਾਂ ਅੱਗੇ ਰੱਖੀ ਜਾਏ। ਦੂਸਰਾ ਮੁੱਦਾ ਉਹਨਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖਿਆ ਉਹ ਡਰੱਗ ਮਾਫੀਆ ਨੂੰ ਲੈ ਕੇ, ਔਰ ਉਹਨਾਂ ਦਾ ਕਹਿਣਾ ਰਿਹਾ ਕਿ ਹਲੇ ਵੀ ਵੱਡੇ ਮਗਰਮੱਛ ਜਿਹੜੇ ਡਰੱਗ ਮੈਨੇਜ ਚਲਾ ਰਹੇ ਨੇ ਉਹ ਹਲੇ ਵੀ ਆਜ਼ਾਦ ਘੁੰਮ ਰਹੇ ਨੇ ਤੇ ਉਹਨਾਂ ਨੂੰ ਫੜ ਕੇ ਜਲਦ ਤੋਂ ਜਲਦ ਜਿਹੜਾ ਹੈ ਅੰਦਰ ਦਿੱਤਾ ਜਾਏ। ਔਰ ਤੀਸਰਾ ਵੱਡਾ ਮੁੱਦਾ ਉਹਨਾਂ ਨੇ ਫਾਰਮਿੰਗ ਨੂੰ ਲੈ ਕੇ, ਕਿਸਾਨੀ ਨੂੰ ਲੈ ਕੇ ਚੁੱਕਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਕਿਸਾਨੀ ਅਤੇ ਜਿਹੜੇ 3 ਕਾਲੇ ਕਾਨੂੰਨ ਸੈਂਟਰ ਦੀ ਸਰਕਾਰ ਵੱਲੋਂ ਲਿਆਉਂਦੇ ਗਏ ਨੇ ਉਸ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਨਾ ਲਾਗੂ ਹੋਣ ਦਿੱਤਾ ਜਾਏ। ਇਹ ਗੱਲ ਉਹਨਾਂ ਵੱਲੋਂ ਰੱਖੀ ਗਈ। ਅਤੇ ਚੌਥਾ ਮੁੱਦਾ ਉਹਨਾਂ ਨੇ ਕਿਹਾ ਕਿ 2017 ਦੇ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਵਾਅਦਾ ਕੈਪਟਨ ਅਮਰਿੰਦਰ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਸੀ ਕਿ ਪਾਵਰ ਪਰਚੇਜ਼ ਜਿਹੜੇ ਐਗਰੀਮੈਂਟ ਆ ਕੈਂਸਲ ਹੋਣਗੇ ਤੋਂ ਜਲਦ ਉਸ ਤੇ ਜਿਹੜਾ ਹੈ ਫੈਸਲਾ ਲਿੱਤਾ ਜਾਏ। ਨਾਲ ਹੀ ਨਾਲ 5ਵਾਂ ਪੁਆਇੰਟ ਜਿਹੜਾ ਉਹਨਾਂ ਨੇ 5ਵਾਂ ਮੁੱਦਾ ਕਹਿ ਸਕਦੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਿਆ ਕਿ 20 ਤੋਂ ਵੱਧ ਯੂਨੀਅਨਸ, ਚਾਹੇ ਉਹ ਟੀਚਰਸ ਨੇ, ਚਾਹੇ ਉਹ ਨਰਸਿਸ ਨੇ, ਚਾਹੇ ਉਹ ਸਫਾਈ ਕਰਮਚਾਰੀ ਨੇ, ਹੋਰ तमाम ਅਜਿਹੀਆਂ ਇਹ ਸਾਰੀਆਂ 20 ਯੂਨੀਅਨਸ ਇਕੱਠੀਆਂ ਹੋ ਕੇ ਕਿਤੇ ਨਾ ਕਿਤੇ ਅੱਜ ਹੜਤਾਲ ਅਤੇ ਪ੍ਰਦਰਸ਼ਨ ਲਗਾਤਾਰ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵੱਖਰੇ ਥਾਂ ਕਰ ਰਹੀਆਂ ਨੇ। ਜਲਦ ਤੋਂ ਜਲਦ ਇਹਨਾਂ ਨੂੰ ਸੌਖਾ ਕੀਤਾ ਜਾਏ, ਇਸ ਤੇ ਕੋਈ ਡਿਸੀਜਨ ਜਿਹੜਾ ਹੈ ਲਿੱਤਾ ਜਾਏ। ਸੋ ਅੱਜ ਦੀ ਅਹਿਮ ਖਬਰ ਕਿ ਜਿਹੜੇ ਵੱਡੇ 5 ਮੁੱਦੇ ਪੰਜਾਬ ਦੇ ਇਹ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖੇ। ਖਾਸ ਗੱਲ ਇਹ ਹੈ ਕਿ ਅਸੀਂ ਦੇਖ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਪੂਰੇ ਸਰਗਰਮ ਨੇ ਪੰਜਾਬ ਦੇ, ਚਾਹੇ ਮੁੱਦੇ ਹੋਣ ਉਹਨਾਂ ਨੂੰ ਸੋਲਵ ਕਰਨ ਲਈ। 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਸਿੱਧੂ ਨੇ ਲੱਕ ਬਣ ਕੇ ਇਹ ਠਾਣ ਲਿਆ ਕਿ ਹੁਣ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਜਲਦ ਤੋਂ ਜਲਦ ਸੁਲਝਾਏ ਜਾਣ। ਇਨਕਮ ਟੈਕਸ ਵਿਭਾਗ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਹਾਈ ਕੋਰਟ ਪਹੁੰਚ ਗਏ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਵੱਲੋਂ ਇਸ ਤੇ ਕਾਰਵਾਈ ਕਰਦੇ ਹੋਏ ਇਨਕਮ ਟੈਕਸ ਵਿਭਾਗ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲੋਂ ਨਾਲ ਜਵਾਬ ਵੀ ਮੰਗਿਆ। ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਨਕਮ ਟੈਕਸ ਵਿਭਾਗ ਵੱਲੋਂ ਵਿੱਤੀ ਸਾਲ 2016-17 ਲਈ ਆਪਣੀ ਆਮਦਨੀ ਦੇ ਗਲਤ ਮੁਲਾਂਕਣ ਦੇ ਮਾਮਲੇ ਵਿੱਚ ਇਨਕਮ ਟੈਕਸ ਕਮਿਸ਼ਨਰ ਸਾਹਮਣੇ ਇੱਕ ਰਿਵੀਜ਼ਨ ਦਾਇਰ ਕੀਤੀ ਸੀ। ਇਸ ਸੋਧ ਨੂੰ ਇਨਕਮ ਟੈਕਸ ਕਮਿਸ਼ਨਰ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਅਜੇ ਤਿਵਾੜੀ ਅਤੇ ਜਸਟਿਸ ਵਿਕਾਸ ਬਹਿਲ ਤੇ ਆਧਾਰਿਤ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਨਕਮ ਟੈਕਸ ਵਿਭਾਗ ਨੂੰ 11 ਅਗਸਤ ਨੂੰ ਨੋਟਿਸ ਜਾਰੀ ਕਰਦਿਆਂ ਸਿੱਧੂ ਦੀ ਇਸ ਪਟੀਸ਼ਨ ਤੇ ਜਵਾਬ ਤਲਬ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਹਾਈ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਦੱਸਿਆ ਹੈ ਕਿ ਉਹਨਾਂ ਨੇ 2016-17 ਦੀ ਆਪਣੀ ਇਨਕਮ ਟੈਕਸ ਰਿਟਰਨ ਵਿੱਚ 9,68,28,470 ਦੱਸਿਆ ਅਤੇ 19 ਅਕਤੂਬਰ 2016 ਨੂੰ ਜਮ੍ਹਾਂ ਕਰਵਾਈ ਸੀ ਅਤੇ ਉਹਨਾਂ ਨੂੰ एक्नॉलेजमेंट भी आ गया सी। सिद्धू ने दस्सिया है कि वो उदों हैरान हो गए जदों इनकम टैक्स विभाग ने उन्होंने 13 मार्च 2019 ਨੂੰ ਦੱਸਿਆ ਕਿ ਇਸ ਸਮੇਂ ਦੌਰਾਨ ਉਹਨਾਂ ਦੀ ਆਮਦਨ 13,66,530 ਰੁਪਏ ਹੈ। ਉਧਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਅੰਗਹੀਨ ਯੂਨੀਅਨ ਦੇ
ਮੈਂਬਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ 30 ਤੋਂ 40 ਜਿਹੜੇ ਇਸ ਯੂਨੀਅਨ ਦੇ ਮੈਂਬਰ ਹਨ ਉਹ ਇੱਥੇ ਮੌਜੂਦ ਰਹੇ ਤੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ। इस वेले असीं मौजूद हाँ CM हाउस के नेड़े, जिथे जिहड़ा है उधरले पासे जबरदस्त बैरीकेडिंग है तो इधरले पासे विकलांग मोर्चा जिहड़ा उस वालों प्रोटेस्ट किया जा रहा है। इत्थे इकट्ठे होए ने ते हुण चंडीगढ़ पुलिस की बस आ गई है। इन्हां नूं इत्थों की हिरासत में लैण दे लई ये लगातार मांग कर रहे हैं कि इन्हां नाल वादे बहुत सारे हुंदे ने पर वादे जिहड़े है वो वफा नहीं हुंदे ते इसे करके जिहड़ा इन्हां नूं बार-बार इत्थे प्रदर्शन करना पैंदा है। तो इसे प्रदर्शन करन नूं लैके जिहड़ा इत्थे पहुंचे सन इस चौक से अब हुण जिहड़ा तैयारी हो गई है, इन्हां नूं हिरासत विच लैण दी पुलिस तैनात हो चुकी है ते पुलिस ने जिहड़ी ये बस इत्थे लगा दी है। इस बस के जरिए जिहड़ा है इन्हां नूं इत्थों दी हटाया जाएगा। फिलहाल जिहड़ा है ये अपना रोस प्रगटा रहे ने, विकलांग मोर्चा का जिहड़ा दल हैगा है वो अपना रोस प्रगटा रहा है ते अपना गुस्सा जिहड़ा है वो सामने रख रहा है कि उन्हां दी जिहड़ी है वो गल सुनी नहीं जाती। इसे करके जिहड़ा है इन्हां नूं इत्थों जिहड़ा है अपनी मंग बार बार रखनी पैंदी है। पहलां भी ये इत्थे जिहड़े पहुंचे सन अपना मोर्चा इन्हां ने लाया सी, अंगहीणा नूं इंसाफ दिओ ये लगातार मांग कर रहे हैं। ये साडी वेटिंग लिस्ट 'ਚ ना हैगा, उन्हां ਤੋਂ भी नहीं मिलदियां गईयां, लिस्ट 'ਚ ना ही देते हैगे, नौकरी किसी ਨੂੰ भी नहीं। अच्छा, पहले भी तुसीं आए सी इत्थे? हाँ जी, पहला भी आए सीगे। फिर क्यों बार बार इत्थे आके दरवाजा बस ਅਸੀਂ ਤਾਂ ਕਹਿੰਦੇ ਜਿਹੜੇ वेटिंग लिस्ट वाले ਉਹੀ पूरे कर लेना, ਜਿਨ੍ਹਾਂ ਦੇ ਨਾ ਹੈਗੇ ਉਹਨਾਂ ਨੂੰ ਤਾਂ ਦੇ ਦੇਣ ਘੱਟੋ ਘੱਟ। फिर मिलन का समा नहीं मिलता ਤੁਹਾਨੂੰ? ਨਹੀਂ ਨਹੀਂ, ਸਾਨੂੰ ਕੌਣ ਸਮਾਂ ਦਿੰਦਾ ਹੈਗਾ, ਇੱਥੋਂ ਬਾਹਰੋਂ ਭੇਜ ਦਿੰਦੇ ਆ ਬਸ ਲਾ ਕੇ ਲਾਰਾ। ਪਿਛਲੀ ਵਾਰੀ ਗੱਲ ਪਿਛਲੀ ਹੋਈ ਵਾਰੀ ਵੀ ਇਹੀ ਹੋਈ ਸੀਗੀ ਵੀ ਤੁਹਾਡੇ ਕੋਈ ਮਸਲੇ ਤੇ ਗੱਲ ਹੱਲ ਕਰਾਂਗੇ, ਫਿਰ ਕੁਝ ਵੀ ਨਹੀਂ ਹੋਇਆਗਾ, ਉਹ ਫਿਰ ਵਾਪਸ। ਅੱਛਾ, ਗੱਲਬਾਤ ਕਰਨ ਦੀ ਬਜਾਏ ਇੱਥੇ ਬੱਸ ਲੱਗ ਗਈ ਤੁਹਾਨੂੰ ਹਟਾਉਣ ਵਾਸਤੇ? ਹਾਂ ਹਾਂ, ਇਹੀ ਧੱਕਾ ਹੀ ਹੈ ਫਿਰ ਸਰਕਾਰ ਦਾ, ਇਹ ਹੋਰ ਕੀ ਹੈ। ਤੁਹਾਨੂੰ ਲੱਗਦਾ ਇਲੈਕਸ਼ਨ ਨੇੜੇ ਤੁਹਾਡੀ ਕੋਈ ਗੱਲਬਾਤ ਸੁਣ ਲਈ ਜਾਵੇਗੀ? ਅਸੀਂ ਤਾਂ ਤਾਈਆਂ ਹੀ ਆਏ ਆ ਵੀ ਚਲੋ ਜਾਂਦੇ ਜਾਂਦੇ ਕਿਸੇ ਦਾ ਭਲਾ ਕਰ ਜਾਣਾ। ਅੱਛਾ, ਪਰ ਲੱਗਦਾ ਹੈ ਕੁਝ ਹੋ ਜਾਏਗਾ ਭਲਾ? ਦੇਖੋ ਅਸੀਂ ਵੀ ਵੇਟਿੰਗ ਲਿਸਟ 'ਚ ਨਾ ਤਾਂ ਵੇਟ ਹੀ ਕਰੀ ਜਾਂਦੇ ਹਾਂ। ਠੀਕ ਹੈ, ਇਹ ਨੌਕਰੀ ਦੀ ਮੰਗ ਨੂੰ ਲੈ ਕੇ ਕਹਿ ਰਹੇ ਨੇ ਕਿ ਅਸੀਂ ਵੇਟਿੰਗ ਲਿਸਟ ਵਿੱਚ ਲਗਾਤਾਰ ਜਿਹੜੀ ਹੈ ਉਹ ਮੰਗ ਕਰ ਰਹੇ ਨੇ। ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਪ੍ਰਧਾਨ। ਘੱਟੋ ਘੱਟ ਉਹਨੂੰ ਪੂਰੇ ਬੈਨੀਫਿਟ ਤਾਂ ਮਿਲ ਜਾਣ, ਬੈਨੀਫਿਟ ਹੀ ਨਹੀਂ ਮਿਲਦੇ ਉਹਨਾਂ ਨੂੰ। ਕੀ ਮੁਸ਼ਕਲਾਂ ਆ ਰਹੀਆਂ? ਅੱਜ ਸਫ਼ਰ ਕਰਕੇ ਇੱਥੇ ਆਉਂਦੇ ਹੋ, ਖਰਚਾ ਦੇਖੋ ਜੀ, ਕਰਕੇ ਆਉਂਦੇ ਹੋ। ਬਹੁਤ ਮੁਸ਼ਕਲਾਂ ਆ ਰਹੀਆਂ। ਅਸੀਂ ਤਾਂ ਮੁਸ਼ਕਲਾਂ ਤਾਂ ਕੀ ਦੱਸ ਨਹੀਂ ਸਕਦੇ ਜਿੰਨੀਆਂ ਮੁਸ਼ਕਲਾਂ ਆਉਂਦੀਆਂ। ਇੱਕ ਅੰਗਹੀਣ ਨੂੰ ਤੁਰ ਕੇ ਆਉਣਾ ਬੱਸ ਅੱਡੇ ਫੇਰ ਚੜ੍ਹਨਾ ਹੈ, ਫਿਰ ਉਤਰਨਾ। ਪਹਿਲੀ ਗੱਲ ਤੇ ਮੇਰੇ ਵਰਗਾ ਉਤਰ ਨਹੀਂ ਸਕਦਾ, ਉਤਰਨ ਵਾਸਤੇ ਤੇ ਚਲੋ ਲੈਣ ਵਾਸਤੇ ਨਾਲ ਇੱਕ ਬੰਦਾ ਚਾਹੀਦਾ। ਇਹਨਾਂ ਸਰਕਾਰ ਨੂੰ ਮੁਸ਼ਕਲਾਂ ਸਾਡੀਆਂ ਦਿਸਦੀਆਂ ਨਹੀਂ। ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ, ਰੋਟੀ ਦੀ ਮੁਸ਼ਕਲ ਆ, ਰੈਸ਼ ਦੀ ਮੁਸ਼ਕਲ ਆ, ਸਾਰੀਆਂ ਮੁਸ਼ਕਲਾਂ ਜੇ ਸਰਕਾਰ ਹੱਲ ਕਰੇ। ਫਿਰ ਦੇਖੋ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣ ਲੱਗਾ, ਇਹਨਾਂ ਨੇ ਕਰਜ਼ਾ ਦਿੰਦੇ ਸੀਗੇ। ਉਸ ਪਾਸੇ ਜਿਹੜਾ ਬੈਰੀਕੇਡਿੰਗ ਲੱਗੀ ਹੋਈ ਤੁਸੀਂ ਵੇਖ ਸਕਦੇ ਹੋ ਤੇ ਇਸ ਪਾਸੇ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਵਿਕਲਾਂਗਾਂ ਵੱਲੋਂ ਤੇ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਮੌਜੂਦ ਨੇ। ਹਾਂਜੀ, ਕਿੱਥੋਂ ਆਏ ਹੋ ਤੁਸੀਂ? ਚਲੋ ਫਿਲਹਾਲ ਜਿਹੜਾ ਹੈ ਇੱਧਰ ਇਹਨਾਂ ਵੱਲੋਂ ਜਿਹੜਾ ਹੈ ਆਪਣੀ ਗੱਲ ਰੱਖੀ ਜਾ ਰਹੀ ਹੈ ਪੁਲਿਸ ਦੇ ਸਾਹਮਣੇ। ਪੁਲਿਸ ਜਿਹੜੀ ਹੈ ਇਹਨਾਂ ਨੇ ਸਾਈਡ ਤੇ ਕਰ ਦਿੱਤੇ ਹੈ ਇਹਨਾਂ ਨੂੰ ਰੋਡ ਤੋਂ। ਕਰਾ ਦਿਓ ਇਹ ਏਡਾ ਥੱਲੇ ਢੀਠ
ਮੀਡੀਆ ਦਾ ਢੀਠੇ ਦਾ ਜਿਹੜਾ ਸਲਾਹਕਾਰ ਆ, ਢੀਠੇ ਦੇ ਜਿਹੜੇ ਹੈਗੇ OSD ਆ, ਉਹਦੇ ਨਾਲ ਮੀਟਿੰਗ ਨਹੀਂ ਕਰਵਾ ਸਕੇ 4.5 ਸਾਲ ਦੇ ਵਿੱਚ। ਸੋ ਇਸ ਵੇਲੇ ਜਿਹੜਾ ਹੈ ਅੰਗਹੀਣ ਭੈਣ ਭਰਾਵਾਂ ਦਾ ਜਿਹੜਾ ਮੋਰਚਾ ਇੱਥੇ ਪਹੁੰਚਿਆ ਹੋਇਆ ਹੈ, ਕਿੱਥੋਂ ਆਏ ਹੋ ਤੁਸੀਂ? ਅਸੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆ ਜੀ, ਸਾਰੇ ਆਲ ਪੰਜਾਬ ਤੋਂ ਆਏ ਆ ਜੀ। ਅਸੀਂ ਜ਼ਿਲ੍ਹਾ ਮੁਕਤਸਰ ਤੋਂ ਆਏ ਕੀ ਹਾਂ। ਮੰਗ ਹੈ ਤੁਹਾਡੀ? ਸਾਡੀ ਮੰਗ ਹੈਗੀ ਆ ਜੀ ਸਿਰਫ ਰੁਜ਼ਗਾਰ ਦੀ, ਨੌਕਰੀ ਬਾਰੇ ਸਾਡੀ ਮੰਗ ਹੈ। ਪਹਿਲਾਂ 5 ਸਾਲ ਬਾਦਲ ਸਰਕਾਰ ਰਹੀ ਆ, 10 ਸਾਲ ਬਾਦਲ ਸਰਕਾਰ ਰਹੀ ਹੈ, ਉਸ ਤੋਂ ਬਾਅਦ 5 ਸਾਲ ਐਤਕੀ ਕਾਂਗਰਸ ਸਰਕਾਰ ਲਾਰੇ ਲੱਪੇ ਲਾ ਕੇ ਟਾਈਮ ਪਾਸ ਕਰ ਗਈ। ਸਾਰੇ ਇਹਨਾਂ ਨੂੰ ਮਿਹਨਤਾਂ ਤਰਲੇ ਅਸੀਂ ਕਰਦੇ ਰਹੇ, ਸਾਨੂੰ ਕਿਸੇ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ। ਸਾਨੂੰ ਆ 5 ਜੁਲਾਈ ਨੂੰ ਅਸੀਂ ਆਏ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣ। ਸਾਡੀ ਰੁਜ਼ਗਾਰ ਦੀ ਮੁੱਖ ਮੰਗ ਆ, ਹੋਰ ਕੋਈ ਮੰਗ ਨਹੀਂ ਸਾਡੀ। ਬਾਕੀ ਮੰਗਾਂ ਬਾਅਦ ਦੀਆਂ, ਸਾਡੀ ਮੇਨ ਮੰਗ ਰੁਜ਼ਗਾਰ ਦੀ ਆ। ਤੇ 5 ਤਰੀਕ ਨੂੰ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਇੱਕ ਹਫ਼ਤਾ ਰੁਕ ਜਾਓ, ਹਫ਼ਤੇ ਬਾਅਦ ਤੁਹਾਨੂੰ ਕੁਛ ਨਾ ਕੁਛ ਅਸੀਂ ਦੱਸਾਂਗੇ। ਫਿਰ ਅਸੀਂ 14 ਨੂੰ ਫੇਰ ਆਏ, 14 ਜੁਲਾਈ ਨੂੰ ਫੇਰ ਕਹਿੰਦੇ ਹਫ਼ਤਾ ਰੁਕ ਜਾਓ। ਫਿਰ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਪਹਿਲਾਂ ਵਾਂਗ ਲਾਰਾ ਹੀ ਚੱਲ ਰਿਹਾ, ਤਾਂ ਫਿਰ ਸਾਨੂੰ ਮਜਬੂਰ ਹੋ ਕੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਵਾਸਤੇ ਆਉਣਾ ਪਿਆ। ਹੁਣ ਅਸੀਂ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਆਏ ਆ ਤੇ ਕੁਝ ਲਏ ਬਿਨਾਂ ਅਸੀਂ ਜਾਂਦੇ ਨਹੀਂ। ਅਣਮਿੱਥੇ ਸਮੇਂ ਦਾ ਵਾਸਤੇ ਸਾਡਾ ਧਰਨਾ ਹੋਵੇਗਾ। ਅਸੀਂ ਹੁਣ ਕਿਸੇ ਨਾ ਕਿਸੇ ਤਰ੍ਹਾਂ ਦਾ ਸੁਰ ਜਵਾਬ ਲਏ ਬਿਨਾਂ ਜਾਣਾ ਨਹੀਂ। ਬਸ ਆਸਥਾ ਆ ਗਈ ਹੈ ਤੁਹਾਨੂੰ ਹਟਾਉਣ ਵਾਸਤੇ? ਹਾਂ, ਕੋਈ ਗੱਲ ਨਹੀਂ, ਆ ਗਏ ਜਿੱਥੇ ਮਰਜ਼ੀ ਲੈ ਜਾਣ ਸਾਨੂੰ। ਅਸੀਂ ਜਾਣ ਨੂੰ ਤਿਆਰ ਹਾਂ। ਸਾਨੂੰ ਕੋਈ, ਅਸੀਂ ਡਰਦੇ ਨਹੀਂ, ਜਿੱਥੇ ਮਰਜ਼ੀ ਲੈ ਜਾਣ ਸਾਨੂੰ। ਅਸੀਂ ਰੋਟੀ ਖਾਣੀ ਹੈ, ਰੋਟੀ ਇਹ ਖਵਾ ਦੇਣਗੇ, ਸਾਨੂੰ ਕੋਈ ਵਹਿਮ ਨਹੀਂ। ਸਾਨੂੰ ਰੋਟੀ ਦੇ ਰੋਟੀਆਂ ਚੱਲਦੀਆਂ ਸੀ, ਘਰ ਘਰ ਨੌਕਰੀ ਦੀ ਗੱਲ ਹੋਈ ਸੀ ਪਹਿਲੇ ਵੀ, ਤੇ ਹੁਣ ਵੀ ਜਿਹੜੇ ਕਿਸਾਨ ਉੱਥੇ ਧਰਨੇ 'ਚ ਉਹਨਾਂ ਦੀ ਮੌਤ ਹੋਈ ਹੈ, ਉਹਨਾਂ ਦੇ ਲਈ ਨੌਕਰੀ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਪਰਿਵਾਰ ਵਾਲਿਆਂ ਵਾਸਤੇ। ਤੇ ਜਿਹੜਾ ਟ੍ਰੇਨ ਹਾਦਸਾ ਸਿੱਧੂ ਜੀ, ਉਹਨਾਂ ਵਾਸਤੇ ਵੀ ਨੌਕਰੀ ਦਾ ਇੰਤਜ਼ਾਮ ਕਰ ਰਹੇ ਨੇ। ਤੁਹਾਡੀ ਫਿਰ ਸਾਰ ਕੌਣ ਲਏਗਾ? ਇੱਕ ਨੰਬਰ ਜੀ, ਪਹਿਲਾਂ ਤਾਂ ਆਪਦੇ DSP ਲਾਉਂਦੇ ਆ, ਤਹਿਸੀਲਦਾਰ ਲਾਉਂਦੇ ਆ ਜੀ, ਇਹਨਾਂ ਨੂੰ ਉੱਚ ਰੈਂਕ ਦੇ ਅਧਿਕਾਰੀ ਦਿੰਦੇ ਆ ਆਪਦੇ ਪੁੱਤਰ ਜੀ। ਉਸ ਤੋਂ ਬਾਅਦ ਜਿਹੜੇ ਅੰਗਹੀਣ ਹੈ ਉਹਨਾਂ ਬਾਰੇ ਤਾਂ ਇਹਨਾਂ ਨੂੰ ਖਿਆਲ ਨਹੀਂ ਰਹਿੰਦਾ। ਸਾਡੇ 2011 ਵਿੱਚ ਪੋਸਟਾਂ ਨਿਕਲੀਆਂ ਸੀ, ਉਸ ਵਿੱਚ ਇਹਨਾਂ ਨੇ ਸਰਾਸਰ ਅੰਗਹੀਣਾਂ ਨਾਲ ਧੱਕਾ ਕੀਤਾ ਗਿਆ। ਉਸ ਵਿੱਚ ਆਪਦੇ ਮੁਤਾਬਕ ਇਹਨਾਂ ਨੇ ਫਿਟਨੈਸ ਬੰਦੇ ਭਰਤੀ ਕੀਤੇ ਗਏ। 3% ਕੋਟੇ ਦੇ ਮੁਤਾਬਕ ਸਾਡੀਆਂ 270 ਪੋਸਟਾਂ ਬੰਦੀਆਂ ਸੀ। ਇਨਕੁਆਇਰੀ ਕਰਾਉਣ ਦੇ ਬਾਵਜੂਦ ਸਾਡੇ 30 ਬੰਦੇ ਉਸ ਵਿੱਚ ਭਰਤੀ ਕੀਤੇ ਗਏ। ਅਤੇ ਉਸ ਤੋਂ ਬਾਅਦ ਅਸੀਂ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਵਿੱਚ ਕੇਸ ਕੀਤਾ ਤੇ ਉਸ ਤੋਂ ਬਾਅਦ ਅਸੀਂ ਕੇਸ ਚੱਲਦਾ ਸਾਡਾ ਜੀ। ਪੰਜਾਬ ਸਰਕਾਰ ਉਸ ਕੇਸ ਦੀ ਵਿਰੋਧਤਾ ਕਰ ਰਹੀ ਹੈ ਤੇ ਇਹ ਬਾਦਲ ਸਰਕਾਰ ਵੇਲੇ ਪੋਸਟਾਂ ਨਿਕਲੀਆਂ ਸੀ। ਉਸ ਤੋਂ ਬਾਅਦ ਅਸੀਂ ਕੈਪਟਨ ਸਰਕਾਰ ਕੋਲ ਆਏ, ਇਹ ਵਿਰੋਧਤਾ ਕਰ ਰਹੀ ਹੈ। ਇਸ ਅਸੀਂ ਮੀਟਿੰਗ ਵੀ ਨਹੀਂ ਸਾਡੀ ਕਰਾਈ। ਕੈਪਟਨ ਸਰਕਾਰ ਨਿਕੰਮੀ ਸਰਕਾਰ ਹੈ। ਇਸ ਕਰਕੇ ਜੋ ਅਸੀਂ ਹੁਣ ਪਿਛਲੇ 5 ਜੁਲਾਈ ਨੂੰ ਅੰਕੁਸ਼ ਸ਼ਰਮਾ ਕੋਲ ਸਾਡਾ ਮੰਗ ਪੱਤਰ ਗਿਆ ਸੀ। ਸਾਡੇ ਫੇਰ ਚੜ੍ਹਨਾ ਹੈ, ਫਿਰ ਉਤਰਨਾ। ਪਹਿਲੀ ਗੱਲ ਤੇ ਮੇਰੇ ਵਰਗਾ ਉਤਰ ਨਹੀਂ ਸਕਦਾ। ਉਤਰਨ ਵਾਸਤੇ ਤੇ ਲੈਣ ਵਾਸਤੇ ਨਾਲ ਇੱਕ ਬੰਦਾ ਚਾਹੀਦਾ। ਇਹਨਾਂ ਸਰਕਾਰ ਨੂੰ ਮੁਸ਼ਕਿਲਾਂ ਸਾਡੀਆਂ ਦਿਸਦੀਆਂ ਨਹੀਂ। ਮੁਸ਼ਕਿਲਾਂ ਤਾਂ ਬਹੁਤ ਜ਼ਿਆਦੀਆਂ। ਰੋਟੀ ਦੀ ਮੁਸ਼ਕਿਲ ਆ, ਰੈਸ਼ ਦੀ ਮੁਸ਼ਕਿਲ ਆ, ਸਾਰੀਆਂ ਮੁਸ਼ਕਿਲਾਂ ਜੇ ਸਰਕਾਰ ਹੱਲ ਕਰੇ। ਫਿਰ ਦੇਖੋ, ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣ ਲੱਗਾ। ਇਹਨਾਂ ਨੇ ਕਰਜ਼ਾ ਦਿੰਦੇ ਸੀਗੇ, ਸੈਂਟਰ ਦੀ ਸਕੀਮ ਸੀ ਵੀ ਕਰਜ਼ਾ ਦੇਣਾ 50 ਲੱਖ ਤੱਕ। ਇਹਨਾਂ ਨੇ ਚੁੱਕ ਕੇ ਸ਼ਡਿਊਲ ਕਾਰਡ ਕਾਰਪੋਰੇਸ਼ਨ ਦਿੱਤਾ। ਉੱਥੇ ਇੰਨਾ ਕੁ ਭ੍ਰਿਸ਼ਟਾਚਾਰ ਆ, 50,000 ਕਰਜ਼ਾ ਲੈਣ ਵਾਸਤੇ ਉੱਥੇ 3 ਜਨਮ ਲੈਣੇ ਪੈਂਦੇ। ਨਾ ਤਾਂ ਰੁਜ਼ਗਾਰ ਵਾਸਤੇ ਇਹਨਾਂ ਦੇ ਕੋਲ ਕੋਈ ਕਰਜ਼ਾ ਹੈਗਾ, ਨਾ ਕੋਈ ਸਕੀਮ ਹੈਗੀ ਆ, ਨਾ ਇਹਨਾਂ ਨੇ ਕੋਈ ਕੋਟਾ ਹੀ ਭਰਨ ਡਿਆ। ਬਹੁਤ ਮੰਦਾ ਹਾਲ ਇਹਨਾਂ ਸਰਕਾਰਾਂ ਦਾ। ਇਹ ਤੁਹਾਡੇ ਰਾਹੀਂ ਮੈਂ ਇਹੋ ਸੰਦੇਸ਼ਾ ਪਹੁੰਚਾਉਣਾ ਚਾਹੁੰਦਾ ਵੀ ਇਹ ਜਾਗ ਜਾਓ। ਜੇਕਰ ਅਗਲੀ ਸਰਕਾਰ ਤੇ ਬਣਾਉਣਾ, ਸਿੱਧੂ ਨੂੰ ਲੈਂਦਾ ਅਗਲੀ ਸਰਕਾਰ, ਸਿੱਧੂ ਦੇ ਕੋਲ ਸ਼ਿਵਜੀ ਦੀ ਖੁੰਡੀ ਅਗਲੀ ਸਰਕਾਰ ਬਣਾ ਦੂ। ਲੋਕਾਂ ਦੇ ਮਸਲੇ ਹੱਲ ਕਰੋ ਤੇ ਸਰਕਾਰ ਬਣਨੀ ਹੈ। ਇਸ ਤਰ੍ਹਾਂ ਸਰਕਾਰਾਂ ਨਹੀਂ ਬਣਦੀਆਂ। ਸਰਕਾਰਾਂ ਬਣਾਉਣ ਵਾਸਤੇ ਅੱਗੇ ਆਉਣਾ ਪੈਣਾ। ਇਹ 4.5 ਸਾਲ ਹੋ ਗਏ ਆਪਣੇ ਮਹਿਲ ਚੋਂ ਨਹੀਂ ਨਿਕਲਣ ਡਿਆ। ਘੱਟੋ ਘੱਟ ਕੀ ਲਗਾਣ ਤੁਸੀਂ ਸਾਡੇ 'ਚ ਖੜੇ ਆ, ਕੀ ਤੁਹਾਨੂੰ ਕੀ ਹੋ ਗਿਆ, ਸਾਨੂੰ ਕੀ ਹੋ ਗਿਆ? ਇਹ ਆਣ ਕੇ ਮਿਲੇ 4 ਬੰਦਿਆਂ ਨੂੰ, ਮਸਲੇ ਹੱਲ ਕਰੇ, ਆਪੇ ਰੌਲਾ ਨਾ ਪਵੇ। ਇੰਨੀਆਂ ਗੱਲਾਂ ਕਹਿੰਦਾ। ਵੇਖੋ ਜੀ, ਜਾਣ ਨੂੰ ਤਿਆਰ ਆ ਪੁਲਿਸ, ਕੋਈ ਪ੍ਰੋਬਲਮ ਨਹੀਂ। ਪੁਲਿਸ ਨੂੰ ਕਿਹਾ ਲੈ ਜਾਓ ਖਾਣਾ, ਤੇ ਕੋਈ ਗੱਲ ਨਹੀਂ। ਅਸੀਂ ਤੇ ਆਪਣੀ ਆਵਾਜ਼ ਸੁਣਾਉਣ ਆਏ ਆ। ਅੰਦਰ ਸੰਦੇਸ਼ਾ ਪਹੁੰਚਾਇਆ, ਤੁਹਾਡੇ ਥਰੂ ਪਹੁੰਚਾਤਾ, ਅੰਦਰ ਪਹੁੰਚਾਇਆ CID ਰਾਹੀਂ ਤੇ ਸਾਡੀ ਮੀਟਿੰਗ ਕਰਾਓ। ਜੇ ਨਹੀਂ ਕਰਾਉਂਦੇ ਲੈ ਜਾਣ ਥਾਣੇ, ਚੱਲ ਜਾਂਗੇ। ਬਾਂਸਲ ਦਾ ਫੋਨ ਆਇਆ ਅੰਦਰੋਂ, ਇਹਦੀ OSD ਦਾ, ਤੇ ਮੈਂ ਸੁਰੇਸ਼ ਕੁਮਾਰ ਨਾਲ ਗੱਲ ਕਰਨ ਡਿਆ। ਗੱਲ ਕਰਕੇ ਤੁਹਾਨੂੰ ਮੈਂ ਦੱਸਦਾ ਆਹ ਗੱਲ ਹੈ ਜੀ। ਬਾਕੀ ਇਹਨਾਂ CID ਨੂੰ ਪਤਾ ਹੋਵੇ ਉਹਨਾਂ ਨੇ ਕੀ ਕਿਹਾ। ਉਧਰ PGI ਦੇ ਵਿੱਚ ਵੀ ਨਰਸਿੰਗ ਸਟਾਫ ਵੱਲੋਂ ਪ੍ਰਦਰਸ਼ਨ ਕੀਤਾ ਗਿਆ। PGI ਦੇ ਵਿੱਚ ਨਰਸਿੰਗ ਸਟਾਫ ਪਿਛਲੇ ਕਾਫੀ ਸਮੇਂ ਤੋਂ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਨਾਲੋਂ ਨਾਲ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋਰ ਵੀ ਤਿੱਖਾ ਸੰਘਰਸ਼ ਕਰ ਸਕਦੇ ਨੇ।
ਪੀਜੀਆਈ ਦੀ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਸੈਕਟਰ 25 ਦੀ ਰੈਲੀ ਗਰਾਊਂਡ ਦੇ ਵਿੱਚ ਪੀਜੀਆਈ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਪੀਜੀਆਈ ਦਾ ਇਹ ਨਰਸਿੰਗ ਸਟਾਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਪੀਜੀਆਈ ਦੇ ਨਰਸਿੰਗ ਸਟਾਫ ਦੇ ਮੁਤਾਬਿਕ ਪੀਜੀਆਈ ਵਿੱਚ ਨਰਸਿੰਗ ਸਟਾਫ ਦੀ ਸਭ ਤੋਂ ਜ਼ਿਆਦਾ ਕਮੀ ਚੱਲ ਰਹੀ ਹੈ। ਬਾਵਜੂਦ ਇਸ ਦੇ ਉਹਨਾਂ ਬਿਹਤਰੀਨ ਕੰਮ ਕੀਤਾ ਤੇ ਸਭ ਕੁਝ ਮੈਨੇਜ ਵੀ ਕੀਤਾ, ਲੇਕਿਨ ਪੀਜੀਆਈ ਪ੍ਰਸ਼ਾਸਨ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਿਹਾ। पीजीआई नर्सेज वेलफेयर एसोसिएशन, आज मैं आपको बताना चाहूँगी कि ये प्रोटेस्ट हम क्यों कर रहे हैं। पिछले 1-1.5 साल से हम लगातार अपनी डिमांड्स को कॉन्टीन्यूसली रेज कर रहे हैं डायरेक्ट पीजीआई के सामने और पीजीआई प्रशासन के सामने, लेकिन हमारी कोई भी डिमांड नहीं मानी जा रही है। यहाँ तक कि वर्क प्लेस एक्सप्लॉयटेशन के अलावा हम हॉस्टल फैसिलिटीज़ की बात करें, हमें बेसिक फैसिलिटीज़ नहीं प्रोवाइड हो रही हैं। अगर आप हॉस्टल के हालात देखेंगे इस टाइम पे हर जगह पे लीकेज है, वाटर कूलर्स नहीं हैं और पावर कट्स लगते हैं। बार बार हमने इवन कि हमें अपने ही हॉस्टल के बाहर हमारे लिए कोई पार्किंग फैसिलिटी नहीं है। इसके अलावा हमारा राइट टू एजुकेशन जो है छीन लिया जा रहा है, हमें कोई ट्रांसक्रिप्ट नहीं प्रोवाइड कर रहे हैं। अगर हम इसी कॉलेज पीजीआई से पास आउट हैं, हम नेशनल इंस्टीट्यूट ऑफ नर्सिंग एजुकेशन से पास आउट हैं, हमें ट्रांसक्रिप्ट नहीं प्रोवाइड की जा रही है, लेकिन अगर कोई बच्चा यहाँ से पास आउट होकर एम्स में जॉब कर रहा है उसको विदिन 10 डेज ये ट्रांसक्रिप्ट देते हैं। इसके अलावा अगर हम इनसाइड इंडिया ही अपना एजुकेशन कंटिन्यू करना चाहते हैं, हमें टाइम पे एनओसी नहीं प्रोवाइड किए जाते हैं। इस बार एम्स एमएससी नर्सिंग एग्जाम बहुत सारे बच्चे नहीं दे पाए क्योंकि पीजीआई प्रशासन ने एनओसी नहीं दिए। कभी कोविड का बहाना बनाते हैं, कभी ये बहाना बनाते हैं कि नीचे कोई क्लैरिकल वाले ट्रांसफ़र हो गया है इसलिए एनओसी नहीं मिला। वो हमारा प्रॉब्लम नहीं है, लेकिन वहीं पे हम किसी और कैडर की बात करें, सबका सारा काम टाइम पे हो जाता है। ना हमारे कैडर में एमएससीपी हो रही है, ना डीपीसीज हो रही हैं, और हमारे इतने ज़्यादा वैकेंसीज खाली पड़ी हैं और इतना एक्यूट शॉर्टेज है स्टाफ का, और पेंडेमिक के टाइम पे भी उसी क्राइसिस में हम लोग काम करते रहे हैं। ये एक तरह का मेंटल हरासमेंट और फिजिकली हम लोग बहुत ज़्यादा ओवरबर्डन्ड हैं। तो मैं पीजीआई प्रशासन से यही अनुरोध करूँगी कि हमारी डिमांड प्लीज़ सुन लो और कुछ समाधान निकालिए। ਨਰਸਿੰਗ ਸਟਾਫ ਦੀਆਂ ਮੁੱਖ ਮੰਗਾਂ ਦੇ ਵਿੱਚ ਚੀਫ ਨਰਸਿੰਗ ਆਫੀਸਰ ਦੀ ਬੀਤੇ 13 ਸਾਲਾਂ ਤੋਂ ਭਰਤੀ ਨਾ ਹੋਣਾ, 80 ਅਸਿਸਟੈਂਟ ਨਰਸਿੰਗ ਸੁਪਰਡੈਂਟ ਅਤੇ ਡਿਪਟੀ ਨਰਸਿੰਗ ਸੁਪਰਡੈਂਟ ਨੂੰ ਪ੍ਰਮੋਟ ਨਾ ਕਰਨਾ ਤੇ 2 ਸਾਲ ਤੋਂ ਨਰਸਿੰਗ ਸਟਾਫ ਦਾ ਫਾਈਨੈਂਸ਼ੀਅਲ ਇੰਕਰੀਮੈਂਟ ਨਾ ਹੋਣਾ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਿਨਾਂ नर्सिंग स्टाफ ਦੇ ਲਈ ਮਕਾਨ ਨਾ ਹੋਣਾ ਵੀ ਇੱਕ ਵੱਡੀ ਸਮੱਸਿਆ ਹੈ। हाँ, पीजीआई में आप जानते ही हैं कि आजकल कोविड के टाइम में नर्सिस कितनी ओवरबर्डन है। यहाँ पर हम एक नर्सिंग स्टाफ इतने सारे पेशेंट्स देखते हैं, लेकिन फिर भी मतलब हमें एक वो रिस्पेक्ट पीजीआई में नहीं दी जा रही है जिसको हम डिज़र्व करते हैं। हमारा कम से कम 2,500-3 हज़ार का पीजीआई में नर्सिंग स्टाफ है, और हमारे अगर गवर्नमेंट क्वार्टर्स की हम बात करें तो एक मुट्ठी भर क्वार्टर्स है। आप खुद सोचिए, मतलब 70-80 या मैक्सिमम 100 क्वार्टर्स में कैसे 2,500-3 हज़ार मतलब नर्सिंग स्टाफ एडजस्ट हो सकता है। अगर हम अपनी डिमांड्स पीजीआई एडमिनिस्ट्रेशन के आगे रखते हैं तो हमेशा ही पीजीआई मतलब हमारी किसी भी बात को सुनता ही नहीं है, अनदेखी करता है, हमें मजबूर करता है कि हम एजिटेशन पे उतरे। हालांकि वी आर ए रेस्पॉन्सिबल मतलब स्टाफ ऑफ द पीजीआई, वी डोंट वांट टू डू द एजिटेशन, बट पीजीआई ऑलवेज मतलब फोर्सेज अस टू डू दिस। तो हम ये नहीं कहते कि हमारी कोई नाजायज़ मांगे पूरी करो, हमारी जो भी मांगे हैं सारी जायज़ हैं। अभी पिछले कितने सालों से मतलब पीजीआई में वैकेंसी नहीं निकली है। कोविड बिल्डिंग पीजीआई ने तैयार कर दी नेहरू हॉस्पिटल एक्सटेंशन के नाम से। आप बताइए कि अब 1.5-2 साल से कोविड चल रहा है, क्या पीजीआई को कोविड पेशेंट्स देखने के लिए अलग से नर्सिंग स्टाफ नहीं रखना चाहिए था? जबकि पीजीआई पहले ही इतना ओवरलोडेड है, हमारे नर्सिस के ऊपर वैसे ही इतना काम का बर्डन है, फिर भी एक एनएचसी बिल्डिंग बना दी गई, वहाँ कोविड पेशेंट्स रख लिए गए, और पहले ही जो शॉर्टेज स्टाफ था हमारा उसी में से उठा के कोविड पेशेंट्स को देखने के लिए स्टाफ को लगा दिया गया। क्यों हमें मतलब ये सारा फोर्स हमने ही क्यों सहना है? हम एनएचसी में ड्यूटी करते हैं, हर एक बंदा कोई मतलब कोविड पेशेंट्स के पास आके कभी देखता भी नहीं है, और हम नर्सिस पहले ही शॉर्टेज होते हुए भी वहाँ से निकाल के फिर भी कोविड पेशेंट्स के साथ हम डील करे जा रहे हैं, फिर भी हम खुशी खुशी अपना काम कर रहे हैं, हमें इस बात से कोई प्रॉब्लम नहीं है। लेकिन एटलीस्ट हमारी जो जेन्युइन मांग्स हैं वो तो पूरी की जाए। हर एक कैडर का कोई भी काम है, सैनिटरी वर्क है, इलेक्ट्रिसिटी वर्क है, एवरी मतलब पर्सन्स का काम है, एवरी कैडर्स का काम नर्सिस के ऊपर थोप दिया गया है। की सारी जॉब हाँ, मतलब हम अपना नर्सिंग का काम करने के लिए तैयार हैं, हम अपना काम रिस्पॉन्सिबिलिटी से करते हैं, वी डोंट हैव एनी प्रॉब्लम फॉर दैट। लेकिन दूसरे कैडर्स का काम करना इट्स नॉट अवर रिस्पॉन्सिबिलिटी। फिर भी हम मैक्सिमम हद तक जितना हो सकते हैं पेशेंट्स की हेल्थ केयर के लिए हम चाहते हैं कि चलो पेशेंट्स सफ़र ना करें, उनकी हेल्थ सफ़र ना करें, हम मैक्सिमम काम हम देखते हैं। लेकिन फिर भी अगर हमारी जायज़ मांगे पूरी नहीं होंगी तो सर इट्स नॉट अवर रिस्पॉन्सिबिलिटी टू रन द पीजीआई अलोन। We want the support of the every cadre.
ਇਸ ਮੌਕੇ ਨਰਸਿੰਗ ਸਟਾਫ ਨੇ ਕਿਹਾ ਕਿ ਉਹਨਾਂ ਦਾ ਇਹ ਰੋਸ ਮੁਜ਼ਾਹਰਾ ਲਗਾਤਾਰ 1 ਹਫ਼ਤੇ ਤੋਂ ਜਾਰੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਰੋਸ ਮੁਜ਼ਾਹਰਾ 13 ਅਗਸਤ ਤੱਕ ਇਵੇਂ ਹੀ ਚਾਲੂ ਰਹੇਗਾ। ਇਸ ਮੌਕੇ ਉਹਨਾਂ ਪੀਜੀਆਈ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਵਿਅਕਤੀ 38 ਸੈਕਟਰ ਦਾ ਦੱਸਿਆ ਜਾ ਰਿਹਾ ਹੈ। ਉਧਰ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ, ਜਿੱਥੇ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿੱਥੇ ਕਿ ਮੁੱਲਾਪੁਰ ਥਾਣਾ ਖੇਤਰ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ। ਚੰਡੀਗੜ੍ਹ ਦੇ ਸੈਕਟਰ 39 ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ। 21 ਸਾਲ ਦੇ ਲੱਕੀ ਦੇ ਰੂਪ ਵਿੱਚ ਹੋਈ ਹੈ ਨੌਜਵਾਨ ਦੀ ਪਹਿਚਾਣ। ਪੁਲਿਸ ਨੇ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਮ੍ਰਿਤਕ ਨੌਜਵਾਨ ਦਾ ਸ਼ਵ। ਪਰਿਵਾਰਕ ਮੈਂਬਰਾਂ ਨੇ ਜਤਾਈ ਹੱਤਿਆ ਦੀ ਆਸ਼ੰਕਾ। ਸੈਕਟਰ 39 ਪੁਲਿਸ ਨੇ 22 ਜੁਲਾਈ ਨੂੰ ਦਰਜ ਕੀਤੀ ਸੀ ਰਿਪੋਰਟ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗਾ ਮਾਮਲੇ ਦਾ ਖੁਲਾਸਾ। ਚੰਡੀਗੜ੍ਹ ਤੋਂ 4 ਕੁੜੀਆਂ ਗਾਇਬ ਹੋ ਗਈਆਂ ਸੀ। ਪੁਲਿਸ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਪਰਿਵਾਰ ਵੀ ਤਲਾਸ਼ ਰਿਹਾ ਸੀ ਕਿ ਆਖਿਰਕਾਰ ਇਹ ਚਾਰੋਂ ਕੁੜੀਆਂ ਗਈਆਂ ਕਿੱਥੇ। ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਚੰਡੀਗੜ੍ਹ ਪੁਲਿਸ ਨੇ ਇਹਨਾਂ ਕੁੜੀਆਂ ਨੂੰ ਲੱਭ ਲਿਆ ਹੈ। ਦਿੱਲੀ ਤੋਂ ਇਹ ਕੁੜੀਆਂ ਲੱਭੀਆਂ ਗਈਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਕੋਲ ਸੌਂਪ ਦਿੱਤਾ ਹੈ। ਪੇਸ਼ ਹੈ ਰਿਪੋਰਟ। ਚੰਡੀਗੜ੍ਹ ਥਾਣਾ 39 ਪੁਲਿਸ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਥਾਣਾ 39 ਖੇਤਰ ਤੋਂ ਗਾਇਬ ਹੋਈਆਂ 4 ਮਾਸੂਮ ਲੜਕੀਆਂ ਨੂੰ ਦਿੱਲੀ ਤੋਂ ਬਰਾਮਦ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਸੈਕਟਰ 39 ਥਾਣਾ ਖੇਤਰ ਤੋਂ ਗਾਇਬ ਹੋਈਆਂ ਇਹਨਾਂ 4 ਲੜਕੀਆਂ ਦੀ ਸੂਚਨਾ ਤੋਂ ਬਾਅਦ ਥਾਣਾ ਮੁਖੀ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਉਹਨਾਂ ਦੀ ਅਗਵਾਈ ਦੇ ਵਿੱਚ ਐਸਆਈਟੀ ਟੀਮਾਂ ਗਠਿਤ ਕੀਤੀਆਂ ਤੇ ਚਾਰੋਂ ਮਾਸੂਮ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਦੱਸੀ ਕਿ ਚੰਡੀਗੜ੍ਹ ਸੈਕਟਰ 43 ਬੱਸ ਸਟੈਂਡ ਤੋਂ ਦਿੱਲੀ ਵਾਲੀ ਬੱਸ ਦੇ ਵਿੱਚ ਜਾਣ ਦੀ ਸੂਚਨਾ ਇਹਨਾਂ ਨੂੰ ਮਿਲੀ ਸੀ, ਜਿਸ ਤੋਂ ਬਾਅਦ ਇੱਕ ਟੀਮ ਨੂੰ ਦਿੱਲੀ ਅੰਤਰਰਾਸ਼ਟਰੀ ਬੱਸ ਅੱਡੇ ਰਵਾਨਾ ਕਰ ਦਿੱਤਾ ਗਿਆ। ਚਾਰੋਂ ਮਾਸੂਮ ਲੜਕੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਪੁਲਿਸ ਪਹੁੰਚ ਗਈ ਅਤੇ ਥਾਣਾ 39 ਦੀ ਐਸਆਈਟੀ ਨੇ 4 ਲੜਕੀਆਂ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਸੈਕਟਰ 39 ਥਾਣਾ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਕਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 41 ਤੋਂ 4 ਲੜਕੀਆਂ ਜੋ ਕਿ 16 ਸਾਲ 10 ਸਾਲ 12 ਸਾਲ ਤੇ 13 ਸਾਲ ਦੀਆਂ ਨੇ ਘਰ ਤੋਂ ਗਾਇਬ ਨੇ, ਜਿਸ ਤੋਂ ਬਾਅਦ ਮੁਕੱਦਮਾ ਦਰਜ ਕਰ ਟੀਮਾਂ ਗਠਿਤ ਕਰ ਤਲਾਸ਼ ਸ਼ੁਰੂ ਕੀਤੀ ਗਈ ਅਤੇ ਪ੍ਰਾਥਮਿਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਚਾਰੋਂ ਲੜਕੀਆਂ ਨੂੰ ਦਿੱਲੀ ਬੱਸ ਵਿੱਚ ਜਾਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਦਿੱਲੀ ਪਹੁੰਚ ਕੇ ਸੈਕਟਰ 39 ਦੀ ਐਸਆਈਟੀ ਟੀਮ ਨੇ ਇਹਨਾਂ ਨੂੰ ਬਰਾਮਦ ਕਰ ਲਿਆ। ਜੀ ਇਹ ਸੈਕਟਰ 41 ਤੋਂ ਸਾਨੂੰ ਸੂਚਨਾ ਮਿਲੀ ਸੀ ਵੀ 4 ਬੱਚੀਆਂ ਮਿਸਿੰਗ ਹੋ ਗਈਆਂ ਤੇ ਬੱਚਿਆਂ ਦੇ ਵਾਰਸਾਂ ਨੇ ਆ ਕੇ ਥਾਣੇ ਆ ਕੇ ਕੰਪਲੇਂਟ ਦਿੱਤੀ, ਜੋ ਅਸੀਂ ਕੰਪਲੇਂਟ ਪਰ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇੱਕ ਟੀਮ ਅਸੀਂ ਸੈਕਟਰ 17 ਬੱਸ ਸਟੈਂਡ ਭੇਜੀ, ਇੱਕ 43 ਬੱਸ ਸਟੈਂਡ ਤੇ ਪਤਾ ਲੱਗਿਆ ਵੀ ਛੋਟੀਆਂ ਬੱਚੇ 4 ਦਿੱਲੀ ਵਾਲੀ ਬੱਸ 'ਚ ਬੈਠ ਕੇ ਦੇਖੀਆਂ ਗਈਆਂ। ਜੋ ਹਮਨੇ ਇੱਕ ਟੀਮ ਦਿੱਲੀ ਨੂੰ ਰਵਾਨਾ ਕਰਤੀ, ਜੋ ਉੱਥੇ ਜੇ ਟੀਮ ਆ ਉਹ ਲੜਕੀਆਂ ਤੋਂ ਪਹਿਲਾਂ ਹੀ ਬੱਸ ਸਟੈਂਡ ਪਹੁੰਚ ਗਈ, ਜੋ ਇਹਨਾਂ ਨੂੰ ਆਪਣੇ ਮੌਕੇ ਤੋਂ 4 ਕੁੜੀਆਂ ਨੂੰ ਦਰੁਸਤਾਲ 'ਤੇ ਬਰਾਮਦ ਕਰ ਲਿਆ, ਜੋ ਉਹਨਾਂ ਨੂੰ ਦਰੁਸਤਾਲ 'ਤੇ ਲਿਆ ਕੇ ਆਪਣਾ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਤੇ ਕੁਝ ਪਤਾ ਲੱਗਿਆ ਇਹਨਾਂ ਨੂੰ ਕੋਈ ਬਰਲਾ ਕੇ ਨਹੀਂ ਲੈ ਗਿਆ, ਆਪਣੀ ਮਨਮਰਜ਼ੀ ਨਾਲ ਗਈਆਂ ਜੀ ਘੁੰਮਣ। ਤੇ ਹੁਣ 4 ਬੱਚਿਆਂ ਨੂੰ ਇਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰਤਾ। ਹਾਂ, ਇਹਨਾਂ ਦੇ ਬੱਚਿਆਂ ਦੇ ਮਾਪਿਆਂ ਦੇ ਹਵਾਲੇ ਕਰਦੇ ਦਰੁਸਤਾਲ। ਜਾਣਕਾਰੀ ਲਈ ਦੱਸਦੀ ਕਿ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚਾਰੋਂ ਲੜਕੀਆਂ ਆਪਸ ਦੇ ਵਿੱਚ ਸਹੇਲੀਆਂ ਨੇ ਤੇ ਘੁੰਮਣ ਫਿਰਨ ਦੇ ਲਈ ਦਿੱਲੀ ਗਈਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕਰਕੇ ਸਹੀ ਸਲਾਮਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਸ਼ਹਿਰ ਵੈਸੇ ਤਾਂ ਬਹੁਤ ਸੋਹਣੇ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੇ ਚੰਡੀਗੜ੍ਹ ਦੇ ਸੈਕਟਰ 26 ਦੀ ਮੰਡੀ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ, ਪਰ ਇਸ ਵੇਲੇ ਜੋ ਉਸ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਹਾਲਤ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਉੱਥੇ ਕਿਤੇ ਮੀਂਹ ਦਾ ਪਾਣੀ ਖੜਿਆ ਰਹਿੰਦਾ ਤੇ ਕਿਤੇ ਗੰਦਗੀ ਦਾ ਆਲਮ ਆਮ ਹੀ ਦੇਖਣ ਨੂੰ ਮਿਲਦਾ ਹੈ। ਪੇਸ਼ ਹੈ ਰਿਪੋਰਟ।
ਸੈਕਟਰ 26 ਦੀ ਮੰਡੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਮੰਡੀ ਹੈ, ਜਿੱਥੇ ਪੂਰੇ ਸ਼ਹਿਰ ਦੇ ਵਿੱਚ ਸਬਜ਼ੀ ਅਤੇ ਫਲ ਫਰੂਟ ਦੀ ਸਪਲਾਈ ਹੁੰਦੀ ਹੈ ਅਤੇ ਕਾਫੀ ਵੱਡੀ ਸੰਖਿਆ ਦੇ ਵਿੱਚ ਲੋਕ ਇੱਥੇ ਸਬਜ਼ੀਆਂ ਖਰੀਦਣ ਵੀ ਆਉਂਦੇ ਨੇ। ਲੇਕਿਨ ਇਸ ਮੰਡੀ ਦੀ ਦੁਰਦਸ਼ਾ ਹੋ ਚੁੱਕੀ ਹੈ ਤੇ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਤੁਸੀਂ ਉੱਥੇ 2 ਮਿੰਟ ਲਈ ਖੜੇ ਵੀ ਨਹੀਂ ਹੋ ਸਕਦੇ। ਬਰਸਾਤ ਦਾ ਸੀਜ਼ਨ ਹੈ ਤੇ ਮੰਡੀ ਦੇ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ, ਜਿੱਥੋਂ ਬਦਬੂ ਹੀ ਬਦਬੂ ਆਉਂਦੀ ਹੈ ਅਤੇ ਬਰਸਾਤ ਦਾ ਪਾਣੀ ਥਾਂ-ਥਾਂ ਖੜਾ ਹੋਇਆ ਪਿਆ ਹੈ, ਜਿਸ ਦੇ ਕਾਰਨ ਹਰ ਥਾਂ ਮੱਖੀ ਮੱਛਰ ਵੱਧ ਗਏ ਨੇ ਤੇ ਸੈਕਟਰ 26 ਦੀ ਮੰਡੀ ਦੀ ਇਸ ਹਾਲਤ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਚੰਡੀਗੜ੍ਹ ਨਗਰ ਨਿਗਮ ਨੇ ਬੀਤੇ 1 ਮਹੀਨਾ ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਸਵੱਛਤਾ ਮੁਹਿੰਮ ਚਲਾਈ ਸੀ ਤੇ ਇਹ ਮੁਹਿੰਮ 1 ਹਫ਼ਤੇ ਤੱਕ ਚੱਲੀ ਸੀ, ਲੇਕਿਨ ਇਹ ਸਵੱਛਤਾ ਮੁਹਿੰਮ ਸਿਰਫ ਅਖਬਾਰਾਂ ਵਿੱਚ ਖਬਰਾਂ ਬਣ ਕੇ ਰਹਿ ਗਈ, ਜਦਕਿ ਸ਼ਹਿਰ ਵਿੱਚ ਕਈ ਥਾਵਾਂ ਦੇ ਅਜੇ ਵੀ ਬਦ ਤੋਂ ਬਦਤਰ ਹਾਲਾਤ ਨੇ। ਸੈਕਟਰ 26 ਦੀ ਮੰਡੀ ਦੀ ਇਸ ਦੁਰਦਸ਼ਾ ਬਾਰੇ ਜਦੋਂ ਅਸੀਂ ਵਪਾਰੀਆਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਥਾਂ-ਥਾਂ ਗੰਦਗੀ ਦੇ ਢੇਰ ਨੇ ਤੇ ਉਹ ਇਸ ਬਾਰੇ ਕਈ ਸ਼ਿਕਾਇਤਾਂ ਵੀ ਕਰ ਚੁੱਕੇ ਨੇ, ਲੇਕਿਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। एडमिनिस्ट्रेशन को, मार्केट कमेटी को हमने बहुत बार अप्रोच किया है, तो उन्होंने इसके ऊपर कभी ध्यान देते हैं तो 3 दिन के लिए ठीक है, चौथे दिन फिर वही पोजीशन है और हर वक्त बदबू, यहाँ से निकलना मुश्किल, अपनी दुकान में बैठना मुश्किल कि बहुत ही बड़ी प्रॉब्लम है हमारे लिए कि इतना बड़ा गंद मैंने कहीं चंडीगढ़ में नहीं देखा। जो यहाँ पे एक सुपरमार्केट है चंडीगढ़ की, ग्रैंड मार्केट, और इस मार्केट को ये वाली प्रेजेंटेशन दी जा रही है कि यहाँ पे कोई आए तो क्या सोचे। बहुत शिकायतें होती जी, आपने देखा ये रिपोर्ट में कि बहुत शिकायतें होती है जनाब। ये मंडी है, मंडी में कोई भी मार्केट कमेटी वाला सुनने वाला नहीं होता है। नगर निगम को कई बार बताया गया है लेकिन कोई सुनने वाला इसका नहीं है। प्रपोजल, पानी, नाला, सारा सीवरेज जाम है, कोई भी सुनने के लिए इसकी तैयार नहीं है। आपने देखा ये बीमारी करोना कहते हैं, करोना तो ये खुद पैदा हो रहा है, रोज़ हर रोज़ करोना पैदा हो रहा है। ਉੱਥੇ ਹੀ ਸੈਕਟਰ 26 ਦੇ ਮੁੱਖ ਗੇਟ ਤੇ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਹੈ, ਜਿਸ ਦੀ ਜ਼ਿੰਮੇਵਾਰੀ ਹੀ ਮੰਡੀ ਦੀ ਦੇਖ-ਰੇਖ ਕਰਨੀ ਹੁੰਦੀ ਹੈ। ਲੇਕਿਨ ਇਸ ਬਾਬਤ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਏ। ये कारण जी, ये गटर सारा बंद है, ये पानी सारा खरा है इसमें। कई बार मार्केट कमेटी में भी कह दिया, झाड़ू वाले के भी कह दिया, गाड़ी बुला के भी मतलब 1-2 बार सफ़ा किया, उसके बाद आना ही बंद कर दिया इसमें। ये तो इस कर को अगर कोई मार्केट कमेटी वाले के कहे तो वो जल्दी सुनते नहीं है कि ठीक है जी ठीक हो जाएगा, लेकिन होते नहीं है। ये 4-5 गटर है, यहाँ से लेके वहाँ तक सारा गटर बंद है। सर यहाँ पर इस लाइन में ये जो गंदगी गिरती है इसका कोई हिसाब किताब हमें समझ में नहीं आ रहा भी ये क्यों गिरती है। हमने कई बार लोगों को इधर उधर से भी कहा, कोई आदमी सुनने के लिए तैयार नहीं है। यदि होते हैं तो 1-2 दिन के लिए होते हैं और उसके बाद फिर वही हाल हो जाता है। ਆਮ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਸੀਵਰੇਜ ਬਲਾਕ ਹੈ, ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਨੇ ਤੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਅਧਿਕਾਰੀ ਇਸ ਪਾਸੇ ਇਸ ਸਮੱਸਿਆ ਦਾ ਹੱਲ ਕਰਨ ਨਹੀਂ ਆ ਰਿਹਾ ਤੇ ਉਹ ਅਪੀਲ ਕਰਦੇ ਨੇ ਕਿ ਮਾਰਕੀਟ ਕਮੇਟੀ ਇਸ ਪਾਸੇ ਧਿਆਨ ਦੇਵੇ ਤਾਂ ਕਿ ਜੋ ਲੋਕ ਇੱਥੇ ਸਬਜ਼ੀ ਲੈਣ ਆਉਂਦੇ ਨੇ ਉਹ ਬਿਮਾਰ ਹੋ ਕੇ ਘਰ ਨਾ ਜਾਣ। ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ, ਜਗਬਾਣੀ ਟੀਵੀ। ਗੱਲ ਕੋਰੋਨਾ ਅਪਡੇਟ ਦੀ ਕਰ ਲੈਣੇ ਹੈਗੇ ਆ। ਕੋਰੋਨਾ ਦੇ ਮਾਮਲੇ ਘਟ ਰਹੇ ਨੇ ਲਗਾਤਾਰ, ਪਰ ਸਾਵਧਾਨ ਜ਼ਰੂਰ ਰਹੋ। ਜਿੰਨਾ ਹੋ ਸਕੇ ਘਰੋਂ ਬਾਹਰ ਘੱਟ ਨਿਕਲੋ, ਕਿਉਂਕਿ ਤੀਜੀ ਲਹਿਰ ਨੂੰ ਅਸੀਂ ਆਉਣ ਨਹੀਂ ਦੇਣਾ। ਤੀਜੀ ਲਹਿਰ ਨੂੰ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਵੈਕਸੀਨ ਵੀ ਜ਼ਰੂਰ ਲਗਵਾਓ ਤੇ ਨਾਲੋਂ ਨਾਲ ਕੋਰੋਨਾ ਦੇ ਨਿਯਮਾਂ ਦਾ ਪਾਲਣ ਵੀ ਤੁਸੀਂ ਜ਼ਰੂਰ ਕਰੋ। रुख मौसम का भी कर लेने हैं। मीह तो बाद मौसम थोड़ा जिहा सुहावना है तो गर्मी थोड़ी घट है, जिस दे नाल लोकां दे चेहरे खिड़े हुए नजर आ रहे थे। तापमान की जो गल की जाए तो अज वध तो वध तापमान 31.5 डिग्री सैल्सियस तो घट्टो घट्ट तापमान 28.5 डिग्री सैल्सियस दर्ज किया गया। तो अज दे इस बुलेटिन दे विच बस इन्ना ही, फिर होवेगी मुलाकात। सत श्री अकाल।